ਹੈਲੋ ਫਰੈਂਡਸ, ਜਿਵੇਂ ਕਿ ਅਸੀਂ ਪਿਛਲੇ ਕਲਾਸਾਂ ਦੇ ਵਿੱਚ ਆਪਾਂ ਅਭਾਜ ਗੁਣਨਖੰਡ ਕਿੱਦਾਂ ਕਰਦੇ ਹਨ ਅਤੇ ਫਿਰ ਉਸ ਤੋਂ ਬਾਅਦ ਆਪਾਂ HCF LCM ਦੇ ਬਾਰੇ ਗੱਲ ਕੀਤੀ। ਫਿਰ ਅਸੀਂ ਦੋ ਸੰਖਿਆਵਾਂ ਦਾ HCF ਅਤੇ LCM ਲੱਭਣਾ ਪਤਾ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਇਹ ਦੇਖਿਆ ਕਿ ਦੋ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ HCF ਗੁਣਾ LCM ਦੇ। ਫਿਰ ਆਪਾਂ ਤਿੰਨ ਸੰਖਿਆਵਾਂ ਦਾ HCF ਅਤੇ LCM ਪਤਾ ਕੀਤਾ। ਪਰ ਆਪਾਂ ਉਹਨਾਂ 'ਚ ਪਿਛਲੀ ਕਲਾਸ ਦੇ ਵਿੱਚ ਆਪਾਂ ਇਹ ਦੇਖਿਆ ਸੀ ਕਿ ਉਹ ਪਤਾ ਕਿੱਦਾਂ ਕਰਦੇ ਹੈ। ਅਤੇ ਅੱਜ ਆਪਾਂ ਤੁਹਾਡੀ ਐਕਸਰਸਾਈਜ਼ 1.2 ਦੇ ਵਿੱਚ ਪਹਿਲੇ ਸਵਾਲ ਤੋਂ ਕੁਛ ਮੇਨ ਸਵਾਲ ਜਿਹੜੇ ਕਿ ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਅੱਜ ਆਪਾਂ ਉਹਨਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਵੇਂ ਕਿ ਸਾਡਾ ਪਹਿਲਾ ਸਵਾਲ ਹੈ ਕੁਛ ਐਕਸਰਸਾਈਜ਼ 1.2 ਕੁਐਸਚਨ ਨੰਬਰ ਫਸਟ, ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ 'ਚ ਲਿਖੋ। ਮੈਂ ਇਹਦੇ ਵਿੱਚੋਂ ਤੁਹਾਡੀਆਂ ਕੋਈ ਦੋ ਉਦਾਹਰਨਾਂ ਲਵਾਂਗਾ ਜਿਹੜੀਆਂ ਪੇਪਰ ਦੇ ਵਿੱਚ ਆਉਂਦੀਆਂ ਅਤੇ ਬੱਚਾ ਉਹਨੂੰ ਗਲਤ ਕਰਦਾ। ਜਿਵੇਂ ਸਾਡੀ ਪਹਿਲੀ ਉਦਾਹਰਨ ਹੈ, ਪਹਿਲਾ ਇਹ 'ਚ ਕੁਐਸਚਨ ਹੈਗਾ ਸਾਡਾ 5005। ਇਹ ਕੁਐਸਚਨ ਜਿਹੜਾ ਹੈਗਾ ਸਾਡੇ ਪੇਪਰ 'ਚ ਵੀ ਆ ਰੱਖਿਆ, ਬੋਰਡ ਦੇ ਵਿੱਚ ਵੀ ਆ ਰੱਖਿਆ। ਅਤੇ ਇਹ ਸਵਾਲ ਥੋੜ੍ਹਾ ਜਿਹਾ ਮਤਲਬ ਬੱਚੇ ਇਹਨੂੰ ਕਈ ਵਾਰ ਭੁੱਲ ਜਾਂਦੇ ਨੇ, ਥੋੜ੍ਹਾ ਜਿਹਾ ਟ੍ਰਿਕੀ ਹੈ। ਅਤੇ ਮੈਂ ਉਹੀ ਕੋਸ਼ਿਸ਼ ਕਰਾਂਗਾ ਕਿ ਉਹ ਸਵਾਲ ਲਵਾਂ ਜਿਹੜੇ ਥੋੜ੍ਹੇ ਜਿਹੇ ਟ੍ਰਿਕੀ ਹਨ ਅਤੇ ਜਿਹੜੇ 'ਚ ਬੱਚੇ ਨੂੰ ਸਮਝ ਆ ਜਾਏ। ਆਪਾਂ ਇਹਦੇ ਗੁਣਨਖੰਡ ਬਣਾਉਣੇ ਹੈ। ਫਿਰ ਉਹੀ 5005 ਲਿਖਿਆ ਅਸੀਂ। ਫਿਰ ਇਹਨੂੰ ਆਪਾਂ 5 ਤੇ ਪਹਿਲਾਂ ਇਹਨੂੰ ਭਾਗ ਕਰਤਾ ਆਪਾਂ, ਇਹ ਬਣ ਗਿਆ ਸਾਡੇ ਕੋਲ 1001। ਇੱਥੇ ਆ ਕੇ ਬੱਚਾ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦਾ ਹੈ ਕਿ ਹੁਣ ਕੀ ਕੀਤਾ ਜਾਵੇ। 1001 ਆ ਗਿਆ, ਹੁਣ ਇਸ ਤੋਂ ਬਾਅਦ ਮੈਂ ਕੀ ਕਰਾਂ, ਮੈਂ ਕਿੱਥੇ ਜਾਵਾਂ। ਮਤਲਬ ਉਹ ਕੀ ਕਰੇਗਾ, ਉਹਨੂੰ ਲੱਭਣਾ ਕੁਛ ਨਹੀਂ, ਉਹਨੇ 1001 ਨੂੰ ਕਰਕੇ ਉਹਨੇ 1 ਕੱਢ ਕੇ ਉਹਨੇ ਇਹਦੇ ਗੁਣਨਖੰਡ ਬਣਾ ਦੇਣੇ ਆ। ਮਤਲਬ ਤੇ ਇਹਦੇ ਗੁਣਨਖੰਡ ਕਿੰਨੇ ਬਣਾ ਦੇਣੇ ਉਹਨੇ, 5 ਗੁਣਾ 1001, ਜਦ ਕਿ ਇਹ ਗਲਤ ਹੈ। ਕਿਉਂ ਗਲਤ ਹੈ? ਕਿਉਂਕਿ 1001 ਦੇ ਹਲੇ ਗੁਣਨਖੰਡ ਬੰਨੇ ਹੈ, ਹੋਰ ਬੰਨੇ ਹੈ। ਉਹ ਕੀ ਬੰਨੇ ਹੈ ਆਓ ਦੇਖੀਏ ਆਪਾਂ। 5005 ਨੂੰ ਅਸੀਂ 5 ਤੇ ਭਾਗ ਕੀਤਾ, 1001 ਆ ਗਿਆ। ਜੇ ਆਪਾਂ 1001 ਆਪਾਂ ਹੁਣ ਇਹ ਦੇਖਿਆ ਸੀ ਕਿ ਜਿੰਨੇ ਵੀ ਗੁਣਨਖੰਡ ਬਣਦੇ ਨੇ ਉਹ ਸਾਰੇ ਅਭਾਜ ਸੰਖਿਆ ਨਾਲ ਬਣਦੇ ਹੈ। ਅਭਾਜ ਸੰਖਿਆ ਕਿਹੜੀ ਕਿਹੜੀ ਹੋਊਗੀ ਆਪਣੇ ਕੋਲ, 2 3 5 7 11 13 17 19 23, ਮਤਲਬ ਇੱਦਾਂ ਸਾਰੀਆਂ ਇਹ ਸਾਡੇ ਕੋਲ ਅਭਾਜ ਸੰਖਿਆ ਹਨ। ਆਪਾਂ ਨੂੰ ਪਤਾ ਹੈ ਵੀ ਆਪਾਂ ਛੋਟੀ ਕਲਾਸਾਂ 'ਚ ਵੀ ਨਿਯਮ ਵੀ ਪੜ੍ਹੇ ਸੀਗੇ ਕਿ ਮਤਲਬ 2 ਦਾ ਨਿਯਮ, 3 ਦਾ ਨਿਯਮ, 5 ਦਾ ਨਿਯਮ। ਫਿਰ ਆਪਾਂ 2 'ਤੇ ਦੇਖਿਆ ਕਿ ਇਹ ਪਿੱਛੇ ਇਹਦੇ ਕੋਈ ਵੀ ਮਤਲਬ 0 2 4 6 8 ਨਹੀਂ ਹੈ ਤਾਂ ਇਹ 2 'ਤੇ ਨਹੀਂ ਜਾਊਗਾ। 3 ਵਾਸਤੇ ਕੀ ਹੁੰਦਾ, ਇਹ ਦੋਨਾਂ ਦਾ ਜੋੜ। ਆਪਾਂ ਜੋੜ ਕਰਕੇ ਦੇਖ ਲਿਆ, 1 ਜਮਾ 1 2 ਬਣਦਾ, 3 'ਤੇ ਵੀ ਨਹੀਂ ਜਾ ਰਿਹਾ। 5 ਵਾਸਤੇ ਪਿੱਛੇ 0 ਹੋਣੀ ਚਾਹੀਦੀ ਹੈ ਜਾਂ 5 ਹੋਣੀ ਚਾਹੀਦੀ, ਨਹੀਂ ਜਾਏਗਾ। ਹੁਣ ਆਪਣੇ ਕੋਲ ਇੱਕ ਨੰਬਰ ਬਚਿਆ 7, ਅਸੀਂ 7 ਨਾਲ ਦੇਖਦੇ ਹਾਂ। ਉਹਦੇ ਵਾਸਤੇ ਆਪਾਂ ਕੀ ਕਰਾਂਗੇ, ਇਹਨੂੰ ਆਪਾਂ 1000 ਨੂੰ ਆਪਾਂ 7 ਨਾਲ ਭਾਗ ਕਰਕੇ ਦੇਖ ਲੈਂਦੇ ਹਾਂ। 28 ਤਾਂ ਇਹ ਸਾਡਾ 7 ਤੇ ਪੂਰਾ ਚਲਾ ਗਿਆ, ਜਿਹਦੇ 'ਚ ਸਾਡੇ ਕੋਲ ਆ ਗਿਆ 143। ਹੁਣ 143 ਥੋੜ੍ਹਾ ਜਿਹਾ ਆਪਾਂ ਦੇਖੀਏ ਜਾਵੇ, 7 ਉਰੇ ਤੱਕ ਆ ਗਏ ਆਪਣੇ ਕੋਲ। ਅੱਗੇ ਕਿਹੜਾ ਨੰਬਰ ਬਚਦਾ ਆਪਣੇ ਕੋਲ, 11। ਪਰ ਫਿਰ ਵੀ ਜੇ ਤੁਸੀਂ ਦੇਖੋ 11 ਬਚ ਗਿਆ, ਪਰ ਹੁਣ ਆਪਾਂ ਫਿਰ ਵੀ ਇਹਨੂੰ ਆਪਾਂ 3 ਤੇ ਚੈੱਕ ਕਰ ਸਕਦੇ ਹਾਂ। 3 ਤੇ ਚੈੱਕ ਕਰਨ ਲਈ ਕੀ ਕਰਾਂਗੇ, ਆਪਾਂ ਇਹਨਾਂ ਦੇ ਜਿਹੜੇ ਨੰਬਰ ਇਹਨਾਂ ਨੂੰ ਜੋੜ ਲਾਂਗੇ, ਜੋੜ ਕੇ ਦੇਖ ਲਾਂਗੇ 3 ਤੇ ਭਾਗ ਹੁੰਦਾ ਨਹੀਂ ਹੁੰਦਾ। 4 ਜਮਾ 1 5, 5 ਜਮਾ 3 8, ਇਹ ਨਹੀਂ ਜਾਂਦਾ। 7 ਤੇ ਆਪਾਂ ਹੁਣ 7 ਤੇ ਵੀ ਆਪਾਂ ਦੇਖ ਲੈਂਦੇ ਹਾਂ 143 ਕੀ ਜਾਂਦਾ। ਜੇ ਜਾਂਦਾ ਤਾਂ ਆਪਣਾ ਵਧੀਆ 7 ਤੇ ਚਲੇ ਆਏਗਾ। ਪਰ 7 ਤੋਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ 7 ਦੂਣੀ 14 ਚਲੇ ਆਏਗਾ, ਫਿਰ 3 ਨਹੀਂ ਜਾਏਗਾ, ਅੱਗੇ ਇਕੱਲਾ ਵੱਜ ਜਾਏਗਾ। ਫਿਰ ਆਪਾਂ ਕੀ ਕਰਦੇ, ਹੁਣ ਆਪਾਂ ਇਹਨੂੰ 11 ਤੇ ਚੈੱਕ ਕਰਦੇ ਹਾਂ। 11 ਏਕਮ 11 3 11 ਤੀਆ ਤਾਂ ਸਾਡੇ ਕੋਲ ਇਹ ਕਿੰਨੇ 'ਤੇ ਚਲਾ ਗਿਆ, ਇਹ ਸਾਡੇ ਕੋਲ 11 ਤੇ ਚਲਾ ਗਿਆ। ਉਰੇ ਆ ਗਿਆ 13 ਫਿਰ 1 ਤਾਂ ਇਹਦੇ 5000
5 ਦੇ ਅਪਾਜ ਗੁਣ ਤਾਂ 5005 ਦੇ ਅਪਾਜ ਗੁਣ ਹੁਣ ਕੀ ਬਣ ਗਏ? 5 ਗੁਣਾ 7 ਗੁਣਾ 11 ਗੁਣਾ 13। ਤਾਂ ਇਹ ਆਪਾਂ ਦੇਖਿਆ ਕਿ ਇਹ ਸਾਰੀਆਂ ਸੰਖਿਆਵਾਂ ਕਿਹੜੀਆਂ ਹਨ? ਅਪਾਜ। ਤਾਂ ਹੁਣ ਇਹਦੇ ਗੁਣਨਖੰਡ ਕੀ ਹੈ? 5 ਗੁਣਾ 7 ਗੁਣਾ 11 ਗੁਣਾ 13। ਜਦ ਕਿ ਇੱਥੇ ਤੁਸੀਂ ਛੱਡਣਾ ਇਹਨੂੰ ਗਲਤ ਹੈ। ਤਾਂ ਇਸ ਕਰਕੇ ਆਪਾਂ ਨੂੰ ਕੋਈ ਵਾਰ ਕੋਈ ਹੋਰ ਨੰਬਰ ਲੈ ਕੇ ਵੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਉੱਥੇ ਤੱਕ ਆਪਾਂ ਨੂੰ ਹੱਲ ਕਰੀਏ। ਇਹਦੇ ਨਾਲ ਦਾ ਇੱਕ ਹੋਰ ਸਵਾਲ ਹੈ ਆਪਣੇ ਕੋਲ, ਜਿਹੜਾ ਬੱਚਿਆਂ ਨੂੰ ਬਹੁਤ ਔਖਾ ਲੱਗਦਾ, ਉਹ ਵੀ ਬੱਚੇ ਅਕਸਰ ਛੱਡ ਦਿੰਦੇ ਹੈ। ਮਤਲਬ ਇਹ ਵੀ ਤੁਹਾਡੀ ਐਕਸਰਸਾਈਜ਼ ਦਾ ਸਵਾਲ ਹੈ। 7429। ਇਹਦੇ ਵਾਸਤੇ ਵੀ ਫਿਰ ਉਹੀ ਰੂਲ ਹੈ ਕਿ ਆਪਾਂ ਇਹਨਾਂ 'ਚੋਂ 2 'ਚੋਂ ਦੇਖੀਏ, 3 'ਚੋਂ ਦੇਖੀਏ, 5 'ਚੋਂ ਦੇਖੀਏ, 7 ਤੋਂ, ਫਿਰ 11 ਤੋਂ, ਫਿਰ 13 ਤੋਂ, ਫਿਰ 17 ਤੋਂ, ਫਿਰ 19, ਫਿਰ 23, ਇੱਦਾਂ ਦਾ ਕਰਕੇ। ਜਦ ਕਿ ਇਹਦੇ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਯਾਦ ਰੱਖਣਾ ਪਏਗਾ ਕਿ ਜਿਹੜਾ ਪਹਿਲਾ ਨੰਬਰ ਹੈ ਇਹ 7429 ਜਿਹੜਾ ਹੈਗਾ, ਸਭ ਤੋਂ ਪਹਿਲਾਂ ਇਹ 17 'ਤੇ ਜਾਏਗਾ। ਹੁਣ 17 'ਤੇ ਕਿੱਦਾਂ ਜਾਏਗਾ? 17 ਚੌਕ 68। ਸ਼ਾਬਾਸ਼। ਤਾਂ ਉਰੇ 4 ਆ ਗਿਆ। ਫਿਰ ਇਹਨੇ ਕਿੰਨਾ ਬਚ ਗਿਆ ਆਪਣੇ ਕੋਲੇ? 4 ਆ ਗਿਆ। ਅਤੇ ਆਪਣੇ ਕੋਲੇ ਕਿੰਨਾ ਬਚ ਗਿਆ ਉਰੇ? 68 ਦੇ ਨਾਲ ਆਪਾਂ ਜੇ ਮਾਈਨਸ ਕਰੀਏ, ਨਹੀਂ ਆਪਾਂ ਕਰਕੇ ਦੇਖ ਲੈਂਦੇ ਹਾਂ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਕੋਈ ਚੱਕਰ ਨਹੀਂ। ਆਪਾਂ ਇਹਨੂੰ 17 'ਤੇ ਭਾਗ ਕਰਕੇ ਦੇਖ ਲੈਂਦੇ ਹਾਂ ਜੇ ਤੁਹਾਨੂੰ ਜ਼ਿਆਦਾ ਹੀ ਹੈ। 17 ਚੌਕ 68, 14 ਚੋਂ 6 ਉੱਪਰੋਂ ਉਤਾਰ ਲਿਆ 2, ਅਤੇ 17 ਤੀਆ ਫਿਰ 51। ਫਿਰ ਆਪਣੇ ਕੋਲ 1 1 9, ਫਿਰ ਇਹ ਚਲੇ ਆਏਗਾ ਸਿੱਧਾ 17 7 119 'ਤੇ। ਤਾਂ ਆਪਣੇ ਕੋਲ ਕਿੰਨਾ ਆ ਗਿਆ? 437। ਇਹ ਆਪਾਂ ਦੇਖਿਆ ਜਾਵੇ ਤਾਂ ਉਰੇ ਆਪਣੇ ਕੋਲ ਪਹਿਲੇ ਸਵਾਲ ਦੇ ਵਿੱਚ 5 ਆ ਗਿਆ, 7 ਆ ਗਿਆ, 11 ਆ ਗਿਆ, 13 ਆ ਗਿਆ। ਇਹ ਮਤਲਬ ਪਹਿਲੇ ਸਵਾਲ ਦੇ ਵਿੱਚ ਆਪਣੇ ਕੋਲ ਸਾਰੇ ਆ ਗਏ ਸੀਗੇ, ਉਰੇ ਤੱਕ ਖਤਮ ਹੋ ਗਏ ਸੀ ਆਪਣੇ ਕੋਲ। ਹੁਣ ਇਹਦੇ ਵਿੱਚ ਆਪਣਾ ਅਗਲੇ ਸਵਾਲ ਦੇ ਵਿੱਚ 17 ਆ ਗਿਆ। ਹੁਣ ਆਪਣਾ 17 ਖਤਮ ਹੋ ਗਿਆ। ਹੁਣ ਆਪਣਾ ਕਿਹੜਾ ਰਹਿ ਗਿਆ ਨੰਬਰ ਉਰੇ? 19। ਹੁਣ ਆਪਾਂ ਉਰੇ 19 ਨਾਲ ਆਪਾਂ ਦੇਖਾਂਗੇ ਇਹਨੂੰ। ਆਪਾਂ 19 'ਤੇ 19 'ਤੇ ਦੇਖਿਆ ਤਾਂ ਇਹ 23 'ਤੇ ਵੰਡਿਆ ਜਾਏਗਾ। ਜੇ ਆਪਾਂ ਚੈੱਕ ਕਰਨਾ ਆਪਾਂ ਉਰੇ ਚੈੱਕ ਕਰ ਲੈਂਦੇ ਹਾਂ। 37 ਨੂੰ ਆਪਾਂ 19 ਨਾਲ ਭਾਗ ਕਰਕੇ ਦੇਖ ਲਿਆ। 19 ਨਾਲ ਭਾਗ ਕਰਿਆ ਮਤਲਬ 19 ਦੁਣਾ 38, 13 ਚੋਂ 6 ਗਏ 5 7, 19 ਤੀਆ 57। ਤਾਂ ਆਪਣੇ ਕੋਲ ਇਹ ਪੂਰਾ ਵੰਡਿਆ ਗਿਆ। ਤਾਂ 23 ਆ ਗਿਆ ਨੀਚੇ। ਫਿਰ 23 ਦੇ ਨਾਲ ਆਪਾਂ ਨੂੰ ਗੁਣਾ ਕੱਟਤਾ ਅਤੇ ਆਪਣੇ ਕੋਲ ਪੂਰਾ ਆ ਗਿਆ। ਤਾਂ 74 29 ਦੇ ਗੁਣਨਖੰਡ ਕੀ ਬਣ ਗਏ? 17 ਗੁਣਾ 19 ਗੁਣਾ 23। ਇਹ ਇਹਦੇ ਕਿਹੜੇ ਗੁਣਨਖੰਡ ਹਨ? ਅਪਾਜ। ਮਤਲਬ ਇਹ 2 ਸਵਾਲ ਇਹਦੇ ਵਿੱਚ ਟ੍ਰਿਕੀ ਨੇ, ਜਿਹੜੇ ਕਿ ਤੁਹਾਨੂੰ ਥੋੜ੍ਹੇ ਧਿਆਨ ਨਾਲ ਕਰਨੇ ਬਣੇ। ਇਹ ਸਵਾਲ ਬੋਰਡ ਦੇ ਵਿੱਚ ਆਇਆ ਹੋਇਆ ਆਪਣੇ ਪੇਪਰ ਐਗਜ਼ਾਮੀਨੇਸ਼ਨ ਪੁਆਇੰਟ ਤੋਂ ਇੰਪੋਰਟੈਂਟ ਵੀ ਨੇ। ਮਤਲਬ ਥੋੜ੍ਹੇ ਟ੍ਰਿਕੀ ਹੈ, ਜਿਹੜੇ ਕਿ ਪੇਪਰ ਵਿੱਚ ਕਈ ਵਾਰ ਉਹ ਟ੍ਰਿਕੀ ਸਵਾਲ ਪਾਉਂਦੇ ਨੇ ਕਿ ਜਿੱਥੇ ਬੱਚਾ ਕਨਫਿਊਜ਼ ਹੋਏਗਾ। ਇਸ ਸਵਾਲ ਦੇ ਵਿੱਚ ਕਿਉਂ ਕਨਫਿਊਜ਼ ਹੋਣਾ ਕਿ 1001 ਹੈ, ਇੱਥੇ ਬੱਚੇ ਨੇ ਛੱਡ ਦੇਣਾ ਕਿ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਵੀ ਮੈਂ ਕੀ ਕਰਾਂ। ਜਦ ਕਿ ਇਹ ਅੱਗੇ ਜਾਊਂਗੇ ਤੁਹਾਨੂੰ ਮੈਂ ਦੱਸਤਾ ਕਿ ਰੂਲ, ਉਹਦੇ ਹਿਸਾਬ ਨਾਲ ਇਹ 2 ਸਵਾਲ ਹੈ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਇਹਨੂੰ ਕਿੱਦਾਂ ਕਰਨਾ। ਅਗਲਾ ਆਪਾਂ ਦੂਜਾ ਸਵਾਲ ਲੈਂਦੇ ਹਾਂ। ਮਤਲਬ ਦੂਜੇ ਭਾਗ 'ਚੋਂ ਆਪਾਂ ਕੋਈ ਇੱਕ ਭਾਗ ਲੈ ਲੈਂਦੇ ਹਾਂ, ਜਿਹਦੇ ਵਿੱਚੋਂ ਆਪਾਂ HCF LCM ਪਤਾ ਕਰਨਾ। ਫਿਰ ਅਸੀਂ ਜਾਂਚ ਕਰਨੀ ਹੈ ਕੀ ਜਾਂਚ ਕਰਨੀ ਹੈ ਕਿ 2 ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ HCF ਇੰਟੂ LCM ਦੇ। ਇਹ ਆਪਾਂ ਇਹਦੇ ਵਿੱਚ ਆਪਾਂ ਜਾਂਚ ਕਰਨੀ ਹੈ। ਨਾਲੇ ਆਪਣਾ ਇੱਕ ਪ੍ਰੈਕਟਿਸ ਹੋ ਜਾਏਗੀ ਥੋੜ੍ਹੀ ਜਿਹੀ, ਨਾਲ ਆਪਾਂ ਨੂੰ ਇਹਦਾ ਪੂਰਾ ਸਵਾਲ ਹੋ ਜਾਏਗਾ। ਅਤੇ ਮੈਂ ਤੁਹਾਡੇ ਕੋਲ ਸਵਾਲ ਲੈ ਰਿਹਾ ਹਾਂ ਕੁਸ਼ਚਨ ਦੂਜੇ ਦਾ ਤੀਜਾ ਭਾਗ। ਮਤਲਬ ਤੀਜਾ ਭਾਗ ਮੈਂ ਲੈ ਕੇ ਚੱਲ ਰਿਹਾ ਅੱਜ। ਤੀਜਾ ਭਾਗ ਕੀ ਹੈ ਸਾਡੇ ਕੋਲ? 336 ਅਤੇ 54। ਸਭ ਤੋਂ ਪਹਿਲਾਂ ਮੈਥਡ ਉਹੀ ਹੈ ਆਪਾਂ ਜਿਹੜਾ ਕੱਲ੍ਹ ਪੜ੍ਹਿਆ ਸੀਗਾ
कि ਆਪਾਂ ਪਹਿਲਾਂ ਇਹਨਾਂ ਦੇ ਗੁਣਨਖੰਡ ਬਣਾਉਣੇ ਆ। 336 ਦੇ ਆ ਪਿੱਛੇ ਇਹਦੇ 6 ਹੈ, ਤਾਂ ਫਿਰ ਇਹਦਾ ਮਤਲਬ ਇਹ 2 'ਤੇ ਭਾਜ ਹੋ ਰਿਹਾ। ਆਪਾਂ ਪਹਿਲਾਂ 2 'ਤੇ ਭਾਜ ਕਰ ਲਈਏ, ਤਾਂ ਆਪਾਂ 2 'ਤੇ ਭਾਜ ਕਰਨ ਲਈ 1 ਪੂਰਾ ਹੰਸਲ ਆ ਗਿਆ 1, ਫਿਰ 13 ਬਣ ਗਿਆ। 13 ਕਿਸ 'ਤੇ ਜਾਊਗਾ 6 'ਤੇ, 6 ਦੂਣੀ 12, ਫਿਰ ਇੱਧਰ 1 ਆ ਗਿਆ, ਫਿਰ 16 ਬਣ ਗਿਆ, ਅਤੇ ਇਹ 8 'ਤੇ ਚਲਾ ਗਿਆ। ਫਿਰ ਪਿੱਛੇ 8 ਆ ਗਿਆ, 8 ਮਤਲਬ ਇੱਕ ਫਿਰ ਆਪਣੇ ਕੋਲ 2 'ਤੇ ਭਾਜ ਹੋਣ ਵਾਲੀ ਸੰਖਿਆ, ਫਿਰ ਆਪਣੇ ਕੋਲ ਕਿੰਨਾ ਆ ਗਿਆ 8 4। ਫਿਰ ਆਪਾਂ ਦੇਖਿਆ ਸਾਡੇ ਕੋਲ 2 'ਤੇ ਚਲਾ ਗਿਆ, ਫਿਰ ਆਪਣੇ ਕੋਲ ਆ ਗਿਆ 42, ਫਿਰ ਆਪਣੇ ਕੋਲ ਇਹ 2 'ਤੇ ਚਲਾ ਗਿਆ, ਫਿਰ ਆ ਗਿਆ ਆਪਣੇ ਕੋਲ 21। ਹੁਣ ਜਿਹੜਾ 21 ਹੈ ਇਹ ਆਪਣੇ ਕੋਲ 2 'ਤੇ ਨਹੀਂ ਜਾਂਦਾ, ਤਾਂ ਆਪਾਂ ਨੂੰ ਪਤਾ ਕਿ ਇਹ 3 ਦੇ ਪਹਾੜੇ 'ਤੇ ਜਾਂਦਾ ਹੈ, ਤਾਂ ਇਹ ਆਪਣੇ ਕੋਲ 7 ਆ ਗਿਆ। ਫਿਰ ਅੱਗੇ ਆਪਾਂ 7 ਨੂੰ ਦੇਖ ਲਿਆ, 7 ਏਕਮ 7 ਆ ਗਿਆ। ਫਿਰ ਨਾਲ ਹੀ ਆਪਾਂ ਦੂਜੇ ਪਾਸੇ ਪਹਿਲਾਂ 54 ਦਾ ਵੀ ਆਪਾਂ ਕੱਢ ਲੈਂਦੇ ਹਾਂ। ਫਿਰ ਇਹਦੇ ਪਿੱਛੇ ਮਤਲਬ 4 ਹੈ, ਫਿਰ ਆਪਾਂ ਇਹ 2 'ਤੇ ਚਲਾ ਗਿਆ ਆਪਣੇ ਕੋਲ 27, ਫਿਰ ਆਪਣੇ ਕੋਲ ਇਹ 27 ਹੈ, ਮਤਲਬ 3 ਦੇ ਪਹਾੜੇ 'ਤੇ ਚਲਾ ਜਾਂਦਾ, 9 ਤੀਆ 27, ਫਿਰ 9 3 'ਤੇ 3, ਫਿਰ 3 ਨੂੰ ਆਪਾਂ 1 'ਤੇ। ਹੁਣ ਪਹਿਲਾ ਸਟੈਪ ਆਪਾਂ ਕੀ ਕਰਨਾ ਆ, ਆਪਾਂ ਇਹਨਾਂ ਦੇ ਗੁਣਨਖੰਡ ਲਿਖਣੇ ਆ। 336 ਦੇ ਗੁਣਨਖੰਡ 2 ਗੁਣਾ 2 ਗੁਣਾ 2 ਗੁਣਾ 2, ਮਤਲਬ 1 2 3 4, 1 2 3 4 ਗੁਣਾ 3 ਗੁਣਾ 7। ਫਿਰ ਆਪਾਂ ਲਿਖੇ ਆ 54 ਦੇ 2 ਗੁਣਾ 3 ਗੁਣਾ 3 ਗੁਣਾ 3। ਪਹਿਲਾਂ ਆਪਾਂ ਕੀ ਕਰਨਾ ਸੀ, ਆਪਾਂ HCF ਲੱਭਣਾ। ਤੁਹਾਨੂੰ ਉਹਦੇ ਬਾਰੇ ਦੱਸਿਆ ਵੀ ਸੀਗਾ ਕਿ HCF ਦੇ ਵਿੱਚ ਆਪਾਂ ਕੀ ਕਰਨਾ, ਆਪਾਂ ਸਾਂਝੇ ਗੁਣਨਖੰਡ ਚੱਕਣੇ ਆ। ਸਿਰਫ ਆਪਾਂ ਸਾਂਝਾ ਦੇਖਿਆ ਜਾਵੇ ਤਾਂ 2 ਆ ਰਿਹਾ, 1 ਆਪਾਂ 2 ਲਿਖਤਾ। ਫਿਰ ਇੱਧਰ 2 ਹੋਰ ਕੋਈ ਨਹੀਂ ਹੈਗਾ, ਠੀਕ ਹੈ ਜੀ। ਫਿਰ ਇੱਧਰ 3 ਦੇ ਨਾਲ ਗੱਲ ਕਰੀਏ, ਆਹ 3 ਉਰੇ ਹੈਗਾ, ਆਹ 3 ਉਰੇ ਹੈਗਾ, ਆਪਾਂ ਗੁਣਾ ਕਰੀਏ 3 ਪਾਤਾ। ਫਿਰ ਉਰੇ 7 ਹੈ, ਇੱਧਰ 7 ਨਹੀਂ ਹੈਗਾ, ਉਰੇ 3 ਹੈ, ਉਰੇ 3 ਨਹੀਂ ਹੈਗਾ, ਉਰੇ 3 ਹੈ, ਉਰੇ 3 ਨਹੀਂ ਹੈ। ਆਹ 2 1 2 ਸੀ ਆਪਾਂ ਲਿਖਤਾ, ਤਾਂ ਆਪਣੇ ਕੋਲ ਆ ਗਿਆ HCF 6। ਹੁਣ ਆਪਾਂ LCM ਲਿਖਣਾ। LCM ਲਿਖਣ ਦੇ ਵਿੱਚ ਆਪਾਂ ਕੀ ਕਰਨਾ, ਸਾਰੇ ਗੁਣਨਖੰਡਾਂ ਦੀ ਵੱਡੀ ਘਾਤ, ਬਸ ਆਪਾਂ ਇਹ ਚੀਜ਼ ਯਾਦ ਰੱਖਣੀ ਹੈ। ਮਤਲਬ ਸਾਰੇ ਗੁਣਨਖੰਡਾਂ ਦੀ ਵੱਡੀ ਘਾਤ ਦਾ ਗੁਣਨਫਲ, ਮਤਲਬ ਜਿੰਨੇ ਵੀ ਗੁਣਨ ਬਣਦੇ ਹੈ ਉਹਨਾਂ ਦੀ ਵੱਡੀ ਘਾਤ ਚੱਕ ਲੈਣੀ ਹੈ, ਉਹਨਾਂ ਨੂੰ ਆਪਾਂ ਗੁਣਾ ਕਰ ਦੇਣਾ, ਜਿਹੜਾ ਆਪਾਂ ਕੱਲ੍ਹ ਪੜ੍ਹਿਆ ਵੀ ਸੀਗਾ। ਤਾਂ ਆਪਾਂ ਪਹਿਲਾਂ ਦੇਖਿਆ ਜਾਵੇ ਉਰੇ ਗੁਣਨਖੰਡ ਕਿਹੜੇ ਕਿਹੜੇ ਬਣਦੇ ਆ ਆਪਣੇ ਕੋਲ। 1 2 ਬਣਦਾ, 1 3 ਬਣਦਾ, 1 ਆਪਣੇ ਕੋਲ 7 ਬਣਦਾ। ਹੁਣ ਆਪਾਂ ਥੋੜ੍ਹਾ ਜਿਹਾ ਆਪਾਂ ਚੇਂਜ ਕਰ ਲਈਏ, ਇਹਨੂੰ ਆਪਾਂ ਆਪਣੇ ਦੂਜੇ 'ਚ ਲਿਖ ਲੈਂਦੇ ਹਾਂ ਘਾਤਾਂ ਦੀ ਫੋਰਮ 'ਚ। 1 2 3 4, 2 ਦੀ ਘਾਤ 4 ਆ ਗਈ, 3 ਦੀ ਘਾਤ 1, 7 ਦੀ ਘਾਤ 1। ਉਰੇ ਦੇਖਿਆ ਜਾਵੇ ਤਾਂ 2 ਦੀ ਘਾਤ 1, 3 ਦੀ ਘਾਤ 3। ਤਾਂ ਆਪਾਂ ਜਦੋਂ ਇਹਨੂੰ ਦੇਖਿਆ ਤਾਂ 2 ਇਹ 1 ਹੈ, ਉਰੇ 2 ਦੀ ਘਾਤ 4 ਹੈ, ਤਾਂ ਵੱਡੀ ਘਾਤ ਆਪਣੇ ਕੋਲ 4 ਹੋ ਗਈ, ਵਿੱਚ ਨਿਸ਼ਾਨ ਆ ਗਿਆ ਗੁਣਾ ਦਾ। 3 ਦੀ ਵੱਡੀ ਘਾਤ ਆਪਣੇ ਕੋਲ 3 ਹੈ, ਅਤੇ 7 ਦੀ ਵੱਡੀ ਘਾਤ ਆਪਣੇ ਕੋਲ 1 ਹੈ, ਇਹ ਆ ਗਿਆ ਆਪਣੇ ਕੋਲ। ਜੇ ਹੁਣ ਆਪਾਂ ਇਹਨੂੰ ਗੁਣਾ ਕਰਨਾ ਹੋਵੇ, ਮਤਲਬ 2 ਗੁਣਾ 3 ਗੁਣਾ 3 ਗੁਣਾ 3 ਗੁਣਾ 7, ਇਹ ਆਪਣੇ ਕੋਲ ਗੁਣਾ ਕਰਕੇ ਆ ਜਾਂਦਾ ਆਪਣੇ ਕੋਲ 324। ਤੁਸੀਂ ਕਰਕੇ ਦੇਖ ਲਓ, ਮੈਂ ਕਰਕੇ ਰੱਖਿਆ ਹੋਇਆ ਸੀ ਆਪਣੇ ਕੋਲ, ਤਾਂ ਮੈਂ ਉਹੀ ਚੀਜ਼ ਮੈਂ ਲਈ ਹੈ। ਮੈਂ ਤੁਹਾਡਾ ਟਾਈਮ ਨਾ ਵੇਸਟ ਹੋਵੇ, ਨਾਲ ਹੀ ਗੁਣਾ ਕਰਨ 'ਚ ਆਪਣਾ ਜਿਹੜਾ ਕਿ ਆਪਣਾ ਅੱਗੇ ਮੇਨ ਜਿਹੜਾ ਕੰਮ ਹੈ ਆਪਾਂ ਉਹ ਕਰੀਏ। ਹੁਣ ਆਪਾਂ ਕੀ ਪਤਾ ਕਰਨਾ ਸੀਗਾ, ਕਿ ਆਪਾਂ ਪਤਾ ਕਰਨਾ ਸੀਗਾ ਕਿ ਇਹਨਾਂ ਦਾ ਜਿਹੜਾ ਦੋਨਾਂ ਸੰਖਿਆਵਾਂ ਸੀ ਆਪਣੀਆਂ, ਕਿਹੜੀ 2 ਸੰਖਿਆਵਾਂ ਸੀ ਆਪਣੇ ਕੋਲ ਸੰਖਿਆ ਸੀ 336 ਅਤੇ 54। ਇਹਨਾਂ ਦੋਨਾਂ ਦਾ ਗੁਣਨਫਲ ਕਿਹਦੇ ਬਰਾਬਰ ਆਉਣਾ ਚਾਹੀਦਾ, ਦੋਨਾਂ ਦਾ ਗੁਣਨਫਲ, ਇਹ ਦੋਨਾਂ ਦਾ ਗੁਣਨਫਲ ਇਹਨਾਂ ਦੇ HCF ਗੁਣਾ LCM ਦੇ ਬਰਾਬਰ ਹੋਣਾ ਚਾਹੀਦਾ ਹੈ। HCF ਦੇ LCM ਦੇ ਬਰਾਬਰ ਹੋਣਾ ਚਾਹੀਦਾ। ਇੱਕ ਮੈਥਡ ਦਾ ਤੁਹਾਨੂੰ ਮੈਂ ਕੱਲ੍ਹ ਉਹ ਵੀ ਦੱਸਿਆ ਸੀਗਾ ਕਿ ਆਪਾਂ ਜੇ ਇਹਨਾਂ ਨੂੰ ਦੋਨਾਂ ਨੂੰ ਗੁਣਾ ਕਰ ਲਈਏ ਅਤੇ ਆਪਾਂ ਉੱਥੇ ਉਹਨਾਂ ਦਾ ਮੁੱਲ ਭਰ ਲਈਏ। HCF ਆਪਣੇ ਕੋਲ ਆਇਆ ਸੀਗਾ 6 ਗੁਣਾ 324। ਹੁਣ ਜੇ ਆਪਾਂ ਇਹਨਾਂ ਨੂੰ ਗੁਣਾ ਕਰਦੇ ਹਾਂ ਤਾਂ ਆਪਣੇ ਕੋਲ ਆਨਸਰ ਆਉਂਦਾ 18,144,
ਤੇ ਇੱਧਰ ਵੀ ਆਪਣੇ ਕੋਲੇ ਆਉਂਦਾ 18,144। ਜੇ ਆਪਾਂ ਇਹਨੂੰ ਕਰਕੇ ਦੇਖਣਾ 4 2 12 ਤੇ 2 14 ਤੇ 6 ਤੀਏ 18। ਇੱਕ ਤੁਹਾਨੂੰ ਹੋਰ ਚੀਜ਼ ਦੱਸੀ ਸੀ, ਜੇ ਆਪਾਂ ਉਹਦੇ ਨਾਲ ਦੇਖੀਏ, ਆਪਾਂ 336 ਦੇ ਗੁਣਨਖੰਡ ਲਿਖ ਲਈਏ ਸਾਰੇ ਜਿਹੜੇ ਬਣਦੇ ਸੀ ਆਪਣੇ ਕੋਲੇ। ਉਹ ਬਣਦੇ ਸੀ 2 ਦੀ ਘਾਤ 4, 3 ਦੀ ਘਾਤ 1 ਗੁਣਾ 7 ਦੀ ਘਾਤ 1 ਗੁਣਾ 54 ਦੇ ਬਣਦੇ ਸੀ ਇਹ 2 ਦੀ ਘਾਤ 1 ਗੁਣਾ 3 ਦੀ ਘਾਤ 3। ਇਹ ਆਪਣੇ ਕੋਲੇ ਬਣੇ, ਆਪਣੇ ਕੋਲੇ ਇਹ ਕੀ ਬਣਿਆ ਆਪਣੇ ਕੋਲੇ, ਇਹ ਪ੍ਰੋਡਕਟ ਆਪਣਾ ਜਿਹੜਾ ਪ੍ਰੋਡਕਟ ਸੀਗਾ, ਮਤਲਬ ਉਰੇ ਆਹ ਡੱਬਾ 1 ਸੀਗਾ, ਆਹ ਗੁਣਨਫਲ ਦਾ ਨਿਸ਼ਾਨ ਹੈ, ਆਹ ਡੱਬਾ ਦੂਜਾ ਆ। ਹੁਣ ਆਪਣੇ ਕੋਲੇ HCF 6 ਹੈ, ਇਹ ਕਿੱਦਾਂ ਆਇਆ ਸੀਗਾ 2 ਗੁਣਾ 3 ਕਰਕੇ ਗੁਣਾ HCF LCM ਆਪਣੇ ਕੋਲੇ ਕਿੰਨਾ ਆਇਆ ਸੀਗਾ 2 ਦੀ ਘਾਤ 4 ਗੁਣਾ 3 ਦੀ ਘਾਤ 3 ਗੁਣਾ 7 ਦੀ ਘਾਤ 1। ਹੁਣ ਤੁਸੀਂ ਮਿਲਾ ਲਓ ਆਪਣੇ ਆਪ, 2 ਦੀ ਘਾਤ 4 ਹੈਗਾ, 3 ਦੀ ਘਾਤ 1 ਆ ਹੈਗਾ, 3 ਦੀ ਘਾਤ 1 ਵੀ, 7 ਦੀ ਘਾਤ 1 ਹੈਗਾ, 2 ਦੀ ਘਾਤ 1 ਆ ਰਿਹਾ, 2 ਦੀ ਘਾਤ 1 ਤੇ 3 ਦੀ ਘਾਤ 3 ਬਰਾਬਰ ਹੋ ਗਏ ਨਾ। ਆਪਾਂ ਗੁਣਾ ਵੀ ਕਰਕੇ ਕਰ ਸਕਦੇ ਹਾਂ ਅਤੇ ਉੱਦਾਂ ਵੀ ਆਪਾਂ ਇਹਨੂੰ ਚੈੱਕ ਕਰ ਸਕਦੇ ਹਾਂ। ਤਾਂ ਉਮੀਦ ਕਰਦਾ ਇਹ ਤੁਹਾਨੂੰ ਹੁਣ ਸਮਝ ਆ ਗਿਆ। ਜਿਹੜੇ ਬਾਕੀ ਰਹਿੰਦੇ ਸਵਾਲ ਹੈ ਉਹ ਤੁਸੀਂ ਬੜੇ ਆਸਾਨੀ ਨਾਲ ਕਰ ਸਕਦੇ ਹੋ। ਹੁਣ ਆਪਾਂ ਅਗਲਾ ਤੀਜਾ ਸਵਾਲ 'ਚੋਂ ਕੋਈ ਇੱਕ ਭਾਗ ਲੈਂਦੇ ਹਾਂ ਹੱਲ ਕਰਨ ਲਈ। ਉਹਦੇ 'ਚੋਂ ਮੈਂ ਤੁਹਾਡਾ ਇਹਦਾ ਦੂਜਾ ਭਾਗ ਲੈਂਦਾ ਹਾਂ। ਮਤਲਬ ਤੀਜੇ 'ਚੋਂ ਆਪਾਂ ਤੀਜੇ ਦਾ ਦੂਜਾ ਭਾਗ ਲੈਂਦੇ ਹਾਂ, ਜਿਹਦੇ ਵਿੱਚ ਆਪਣੇ ਕੋਲ ਹੈਗਾ 17 23 ਅਤੇ 29। ਪਹਿਲਾਂ ਤਾਂ ਆਪਾਂ ਨੂੰ ਦਿਮਾਗ 'ਚ ਆ ਗਿਆ ਕਿ 17 23 29 ਪਿੱਛੇ ਆਪਾਂ ਪੜ੍ਹਿਆ ਸੀਗਾ ਕਿ ਇਹ ਸਾਰੀਆਂ ਦੀ ਸਾਰੀਆਂ ਕਿਹੜੀ ਸੰਖਿਆਵਾਂ ਹਨ, ਇਹ ਸਾਰੀਆਂ ਅਭਾਜ ਸੰਖਿਆਵਾਂ ਹਨ। ਤਾਂ ਇਹਨਾਂ ਦਾ ਮਤਲਬ ਇਹਨਾਂ ਦੇ ਸਿਰਫ 2 ਹੀ ਗੁਣਨਖੰਡ ਆਉਂਗੇ, ਆਪ ਜਾਂ ਇਹ 1 ਦੇ ਪਹਾੜੇ 'ਤੇ। ਚਲੋ ਆਪਾਂ ਫਿਰ ਵੀ ਦੇਖਦੇ ਹਾਂ। 17 'ਤੇ ਚਲਾ ਗਿਆ, 1 ਆ ਗਿਆ, ਛੱਡਤਾ। 23 ਫਿਰ 23 'ਤੇ ਚਲਾ ਗਿਆ, 1 ਆ ਗਿਆ, ਫਿਰ ਛੱਡਤਾ। 29 'ਤੇ ਚਲਾ ਗਿਆ, 1 ਆ ਗਿਆ, ਫਿਰ ਛੱਡਤਾ। ਮਤਲਬ ਆਪਣੇ ਕੋਲ 17 ਦੇ ਗੁਣਨਖੰਡ ਕੀ ਬਣ ਗਏ 1 ਗੁਣਾ 17, 23 ਦੇ ਗੁਣਨਖੰਡ 1 ਗੁਣਾ 23 ਅਤੇ 29 ਦੇ ਗੁਣਨਖੰਡ ਆਪਣੇ ਕੋਲ 1 ਗੁਣਾ 29। ਮਤਲਬ 1 ਮੈਂ ਉਰੇ ਜਾਣ ਕੇ ਪਾਇਆ, ਕਿਉਂਕਿ ਕਈ ਬੱਚਿਆਂ ਨੇ ਕੀ ਕਰਨਾ ਸੀ, ਉਰੇ ਆਹ ਲਿਖ ਦੇਣਾ ਸੀਗਾ 17 23 29। ਜਦੋਂ ਆਪਾਂ HCF ਦੀ ਗੱਲ ਕਰਨੀ ਸੀ ਫਿਰ ਕਹਿਣਾ ਜੀ ਸਰ ਜੀ ਕੁਛ ਵੀ ਸਾਂਝਾ ਨਹੀਂ ਆ ਰਿਹਾ ਇਹਦੇ ਵਿੱਚ। ਤਾਂ ਮਤਲਬ ਉਹਨਾਂ ਨੇ ਗੱਲ ਕਰਨੀ ਸੀ ਕਿ ਇਹਦੇ ਕੁਛ ਵੀ ਸਾਂਝਾ ਨਹੀਂ ਆ ਰਿਹਾ। ਤਾਂ ਮੈਂ 1 ਕਰਕੇ ਜਦੋਂ ਆਪਣੇ ਕੋਲ ਕੋਈ ਇੱਦਾਂ ਹੋਵੇ ਆਪਾਂ ਉੱਥੇ 1 ਲਿਖ ਸਕਦੇ ਹਾਂ। ਤਾਂ ਆਪਣੇ ਕੋਲ ਆਹ ਰਕਮ ਆਪਣੇ ਕੋਲ ਇਹਨਾਂ ਤਿੰਨਾਂ ਦੇ ਵਿੱਚ ਸਾਂਝੀ ਆ ਰਹੀ ਹੈ। ਤਾਂ ਇਹਦਾ HCF ਕਿੰਨਾ ਆ ਗਿਆ 1। LCM ਕੀ ਸੀ ਸਾਰੇ ਗੁਣਨਖੰਡਾਂ ਦੀ LCM ਕੀ ਸੀ ਆਪਣੇ ਕੋਲ ਸਾਰੇ ਗੁਣਨਖੰਡਾਂ ਦੀ ਵੱਡੀ ਘਾਤ। 17 1 ਵਾਰੀ ਹੈ, ਫਿਰ 23 1 ਵਾਰੀ ਹੈ ਅਤੇ 29 1 ਵਾਰੀ ਹੈ। ਮਤਲਬ ਇਹੀ ਇਹਨਾਂ ਦਾ ਆਪਸ ਦੇ ਵਿੱਚ LCM ਹੈ। ਲੱਗਿਆ ਪਤਾ? ਹੁਣ ਮੈਨੂੰ ਲੱਗਦਾ ਕਿ ਉਮੀਦ ਹੈ ਤੁਸੀਂ ਇਹਨੂੰ ਗੁਣਾ ਕਰਕੇ ਲਿਖ ਲਓਗੇ ਅਤੇ ਇਹ ਇਹਦਾ ਆਨਸਰ ਹੈ। ਇਹ ਤਾਂ ਸੀ ਆਪਣੇ ਇੱਕ ਛੋਟੇ ਜਿਹੇ ਸਵਾਲ ਜਿਹੜੇ HCF LCM ਦੇ। ਅਤੇ ਅਗਲਾ ਸਵਾਲ ਹੈਗਾ ਆਪਣੇ ਕੋਲ ਚੌਥਾ ਸਵਾਲ, ਜਿਹੜਾ ਕਿ ਪੇਪਰ ਦੇ ਵਿੱਚ ਬਹੁਤ ਵਾਰ ਆਇਆ ਵੀ ਹੈ, ਕਈ ਵਾਰ ਆ ਵੀ ਸਕਦਾ ਪੇਪਰ ਦੇ ਵਿੱਚ। ਕਹਿੰਦਾ ਕੀ ਹੈ HCF ਇਹਦੀ ਸਟੇਟਮੈਂਟ ਹੀ ਨਹੀਂ ਬੱਚੇ ਨੂੰ ਪਤਾ ਲੱਗਦੀ। ਬੱਚਾ ਪਹਿਲਾਂ ਇਹਦੀ ਸਟੇਟਮੈਂਟ 'ਚ ਹੀ ਕਨਫਿਊਜ਼ ਹੋ ਜਾਂਦਾ। HCF 306, 657 ਬਰਾਬਰ 9 ਦਿੱਤਾ ਹੈ। LCM ਬ੍ਰੈਕਟ 'ਚ 306, 657 ਬ੍ਰੈਕਟ ਬੰਦ ਪਤਾ ਕਰੋ। ਇਹ ਚੀਜ਼ ਹੈ ਆਪਣੇ ਕੋਲ। ਬੜਾ ਸਿੰਪਲ ਜਿਹਾ ਸਵਾਲ ਹੈ, ਕੋਈ ਮਤਲਬ ਜ਼ਿਆਦਾ ਮੁਸ਼ਕਿਲ ਵਾਲੀ ਨਹੀਂ ਹੈ, ਪਰ ਥੋੜ੍ਹਾ ਜਿਹਾ ਮਤਲਬ ਬੱਚਿਆਂ ਨੂੰ ਕਈ ਵਾਰ ਸਟੇਟਮੈਂਟ ਨਹੀਂ ਪਤਾ ਲੱਗਦੀ, ਇਸ ਕਰਕੇ ਥੋੜ੍ਹਾ ਜਿਹਾ ਕਨਫਿਊਜ਼ਨ ਹੋ ਜਾਂਦੀ ਹੈ। ਉਹਨੇ ਬੋਲਿਆ HCF ਆਹ ਬ੍ਰੈਕਟ 'ਚ ਉਹਨੇ 2 ਰਕਮਾਂ ਲਿਖਤੀਆਂ ਬਰਾਬਰ 9। ਜੇ ਆਪਾਂ ਇਹਨੂੰ ਸਮਝੀਏ ਤਾਂ ਉਹ ਇਹ ਬੋਲਦਾ ਕਿ 306 ਅਤੇ
657 ਦੋ ਸੰਖਿਆਵਾਂ ਹਨ ਅਤੇ 9 ਇਹਨਾਂ ਦਾ HCF ਹੈ। ਇਹ ਮਤਲਬ ਇਹਦਾ ਵਿੱਚ ਮਤਲਬ HCF ਬ੍ਰੈਕਟ 'ਚ ਇਹਨਾਂ ਚੀਜ਼ਾਂ ਦਾ ਦਿੱਤਾ ਹੈ। ਹੁਣ LCM ਇਹਨਾਂ ਦਾ ਪਤਾ ਕਰੋ। ਉਹ ਫਿਰ ਕਹਿੰਦਾ ਹੈ ਕਿ LCM ਪਤਾ ਕਰੋ ਕਿਹਨਾਂ ਦਾ 306 ਅਤੇ 657 ਦਾ। ਆਪਾਂ ਕੁਛ ਨਹੀਂ ਕਰਨਾ, ਆਪਣੇ ਕੋਲ ਇੱਕ ਰੂਲ ਸੀਗਾ, ਆਪਾਂ ਉਹੀ ਲਾ ਕੇ ਚੱਲਣਾ ਆ ਕਿ ਦੋਵੇਂ ਸੰਖਿਆਵਾਂ ਦਾ ਗੁਣਨਫਲ ਬਰਾਬਰ ਹੁੰਦਾ HCF ਇੰਟੂ LCM ਦੇ। ਮਤਲਬ ਇਹ ਦੋ ਸੰਖਿਆਵਾਂ ਵਾਸਤੇ ਅਪਲਾਈ ਹੋਣਾ। ਜਿੱਥੇ ਵੀ ਤੁਸੀਂ ਯਾਦ ਕਰਨਾ, ਇਹਨੂੰ ਧਿਆਨ ਰੱਖਣਾ, ਤਾਂ ਇਹ ਆਪਣੇ ਕੋਲੇ ਅਪਲਾਈ ਹੋ ਗਿਆ। ਹੁਣ ਦੋਵੇਂ ਸੰਖਿਆਵਾਂ ਕਿਹੜੀਆਂ ਹਨ ਆਪਣੇ ਕੋਲੇ 306 ਗੁਣਾ 657 ਬਰਾਬਰ ਹੈ HCF ਉਹਨੇ ਆਪਾਂ ਨੂੰ ਦਿੱਤਾ ਆ, ਕਿੰਨਾ ਦਿੱਤਾ 9 ਗੁਣਾ LCM ਆਪਾਂ ਨੂੰ ਨਹੀਂ ਪਤਾ, ਆਪਾਂ LCM ਨੂੰ ਇੱਦਾਂ ਹੀ ਰਹਿਣ ਤਾ। ਹੁਣ ਆਪਾਂ ਨੂੰ ਪਤਾ ਆ ਇਹ ਦੋਨੋਂ ਰਕਮਾਂ ਬਰਾਬਰ ਨੇ। ਹੁਣ ਆਪਾਂ ਨੂੰ ਪਤਾ ਕਿ ਕੋਈ ਚੀਜ਼ ਆਪਾਂ ਲੱਭਣੀ ਹੋਵੇ ਅਤੇ ਨਾਲ ਜਿਹੜੀ ਉਹਦੇ ਨਾਲ ਗੁਣਾ 'ਚ ਰਕਮ ਹੁੰਦੀ ਉਹ ਦੂਜੇ ਪਾਸੇ ਆ ਕੇ ਕੀ ਹੋ ਜਾਂਦੀ ਹੈ, ਭਾਗ ਹੋ ਜਾਂਦੀ ਹੈ। ਸ਼ਾਬਾਸ਼। ਤਾਂ 306 ਗੁਣਾ 657 ਇੱਧਰ 9 ਗੁਣਾ 'ਚ ਸੀਗਾ ਅਤੇ ਉਹਨੇ ਇੱਧਰ ਆ ਕੇ ਨੀਚੇ ਆ ਕੇ ਉਹਨੇ ਭਾਗ 'ਚ ਹੋ ਗਿਆ। ਤਾਂ LCM ਆਪਣੇ ਕੋਲ ਬਚ ਗਿਆ ਇਕੱਲਾ। ਆਪਾਂ ਇੱਥੋਂ ਇਕੱਲਾ LCM। ਹੁਣ ਜੇ ਆਪਾਂ ਨਾ ਦੇਖਿਆ ਜਾਵੇ ਤਾਂ ਕੁਛ ਆਪਾਂ ਕੱਟ ਸਕਦੇ ਹਾਂ, ਤਾਂ ਆਪਾਂ ਦੇਖ ਲੈਂਦੇ ਹਾਂ ਆਪਾਂ ਨੂੰ ਜਿਹੜਾ ਕੋਈ ਕੱਟਿਆ ਜਾਂਦਾ 9 ਤੀਆ 27 3 ਬਚ ਗਿਆ 6 ਆ ਗਿਆ 9 ਚੌਕਾ 36। ਤਾਂ ਆਪਣੇ ਕੋਲ ਕਿੰਨਾ ਬਚ ਗਿਆ, ਆਪਣੇ ਕੋਲ ਬਚ ਗਿਆ 34 ਗੁਣਾ 657 ਬਰਾਬਰ LCM। ਇਹ ਆਪਣੇ ਕੋਲ ਇਹਦਾ LCM ਆ ਗਿਆ 34 ਗੁਣਾ 657। ਹੁਣ 34 ਗੁਣਾ 657 ਨੂੰ ਆਪਾਂ ਗੁਣਾ ਕਰ ਲਾਂਗੇ, ਤਾਂ ਗੁਣਾ ਕਰਕੇ ਜਿੰਨਾ ਵੀ ਆਨਸਰ ਆਏਗਾ ਸਾਡਾ ਉਹ ਸਾਡਾ LCM ਆ ਜਾਏਗਾ। ਸਾਡਾ ਆਪਣੇ ਕੋਲ ਇੱਥੇ ਆਨਸਰ ਆ ਰਿਹਾ 22,33,8 22,338। ਇਹ ਆਪਣਾ LCM ਆ ਰਿਹਾ। ਉਮੀਦ ਕਰਦਾ ਤੁਸੀਂ ਇਹਨੂੰ ਗੁਣਾ ਕਰਕੇ ਦੇਖ ਲਓਗੇ, ਤੁਸੀਂ ਚੈੱਕ ਕਰ ਲਓਗੇ। ਸਿੰਪਲ ਬਾਰ ਕਹਿ ਰਹੇ HCF ਬ੍ਰੈਕਟ 306 657 ਬਰਾਬਰ 9 ਦਿੱਤਾ ਹੈ। ਉਹਨੇ ਬੋਲਤਾ ਕਿ ਇਹ ਦੋਨਾਂ ਦਾ HCF ਦਿੱਤਾ ਹੈ 9, LCM ਆਪਾਂ ਇੱਥੋਂ ਪਤਾ ਕਰਨਾ ਹੈ। ਉਮੀਦ ਕਰਦਾ ਇਹ ਵੀ ਆਪਣੇ ਕੋਲੇ ਬੜੇ ਧਿਆਨ ਨਾਲ ਹੋ ਗਿਆ ਹੋਏਗਾ ਸਵਾਲ। ਹੁਣ ਆਪਾਂ ਜਿਹੜੀ ਪਹਿਲਾਂ ਅਗਲੀ ਉਦਾਹਰਨ ਆਪਾਂ ਲੈਣ ਜਾ ਰਹੇ ਨੇ ਉਹ ਲੈਣ ਜਾ ਰਿਹਾ ਮੈਂ ਅਗਲਾ ਸਵਾਲ ਆਪਣਾ 6ਵਾਂ ਸਵਾਲ। ਹਲੇ 5ਵਾਂ ਸਵਾਲ ਜਿਹੜਾ ਰਹਿ ਗਿਆ ਉਹਨੂੰ ਮੈਂ ਥੋੜ੍ਹਾ ਜਿਹਾ ਇਸ ਤੋਂ ਬਾਅਦ ਕਰਦਾ ਹਾਂ, ਸਮਝਾਉਂਦਾ ਚੰਗੀ ਤਰ੍ਹਾਂ। ਪਹਿਲਾਂ ਆਪਾਂ ਸਵਾਲ ਕਰ ਲਈਏ, ਆਪਾਂ ਐਕਸਰਸਾਈਜ਼ 6ਵਾਂ ਸਵਾਲ ਆਪਾਂ ਕਰਕੇ ਦੇਖਣ ਲੱਗੇ ਹਾਂ। ਐਕਸਰਸਾਈਜ਼ 1.2 ਦਾ 6ਵਾਂ ਸਵਾਲ। ਇਹ ਵੀ ਸਵਾਲ ਪੇਪਰ 'ਚ ਆਉਂਦਾ ਕਈ ਵਾਰ। ਇਹਦੇ 'ਚ ਨਾ 2 ਸਵਾਲ ਹੈ, ਤੁਸੀਂ ਧਿਆਨ ਨਾਲ ਇਹਦੀ ਸਟੇਟਮੈਂਟ ਦੇਖਣੀ ਹੈ। ਵਿਆਖਿਆ ਕਰੋ ਕਿ 7 ਗੁਣਾ 11 ਗੁਣਾ 13 ਜਮ੍ਹਾਂ 13 ਇਹ ਇੱਕ ਭਾਗ ਆ ਗਿਆ, ਅਤੇ ਉਹਨੇ ਅਤੇ ਪਾ ਕੇ ਥੋੜ੍ਹਾ ਜਿਹਾ ਆਪਾਂ ਨੂੰ ਕਨਫਿਊਜ਼ ਕਰਤਾ। ਅਤੇ 7 ਗੁਣਾ 6 ਗੁਣਾ 5 ਗੁਣਾ 4 ਗੁਣਾ 3 ਗੁਣਾ 2 ਗੁਣਾ 1 ਜਮ੍ਹਾਂ 5 ਭਾਜ ਸੰਖਿਆਵਾਂ ਹਨ। ਭਾਜ ਮਤਲਬ ਕੰਪੋਜ਼ਿਟ ਨੰਬਰਸ। ਮਤਲਬ ਇੱਥੇ 2 ਸਵਾਲ ਹੈ। ਭਾਜ ਉਹਨੇ ਬੋਲਿਆ ਕਿ ਆਪਾਂ ਨੂੰ ਇਹ ਦੇਖਣਾ ਹੈ ਕਿ ਇਹ ਜਿਹੜੀਆਂ ਆਪਣੇ ਕੋਲੇ 2 ਸਟੇਟਮੈਂਟ ਹੈ। ਇੱਕ ਸਟੇਟਮੈਂਟ ਆਪਣੇ ਕੋਲੇ ਆਹ ਆ
ਇੱਕ ਸਟੇਟਮੈਂਟ ਆਪਣੇ ਕੋਲੇ ਇਹ ਬਣਦੀ ਪਈ ਹੈ ਪੂਰੀ। ਆਪਾਂ ਇਹ ਦੇਖਣਾ ਕਿ ਇਹ ਦੋਨੋਂ ਸੰਖਿਆਵਾਂ ਇਹ ਅਲੱਗ-ਅਲੱਗ ਹੈ, ਇਹ ਇਕੱਠੇ ਨਹੀਂ ਹੈ। ਪਹਿਲਾਂ ਤਾਂ ਇਹ ਸਮਝ ਲੈਣਾ ਇਹ ਅਲੱਗ ਹੈ। ਜੇ ਪੇਪਰ 'ਚ ਆਏਗਾ ਤਾਂ ਇੰਨਾ ਭਾਗ ਆਏਗਾ, ਦੂਜਾ ਨਹੀਂ ਆਏਗਾ। ਜੇ ਪੇਪਰ 'ਚ ਆ ਗਿਆ ਤਾਂ ਇਹ ਆਏਗਾ ਤਾਂ ਉਹ ਨਹੀਂ ਆਏਗਾ। ਮਤਲਬ ਇਹ ਨਹੀਂ ਹੈ ਕਿ ਇਕੱਠਾ, ਇਹ ਅਲੱਗ-ਅਲੱਗ ਹੈ। ਕੀ ਕਹਿੰਦਾ ਉਹ? ਕੰਪੋਜ਼ਿਟ ਭਾਜ ਆਪਾਂ ਕੱਲ੍ਹ ਪਿਛਲੀ ਕਲਾਸ 'ਚ ਆਪਾਂ ਪੜ੍ਹਿਆ ਸੀ ਕਿ ਉਹ ਸੰਖਿਆਵਾਂ ਜਿਨ੍ਹਾਂ ਦੇ 2 ਤੋਂ ਜ਼ਿਆਦਾ ਗੁਣਨਖੰਡ ਹੋਣ। 2 ਕਿਹੜੇ? ਇੱਕ ਅਤੇ ਇੱਕ ਆਪਣੇ ਆਪ 'ਤੇ। ਇਹਨਾਂ ਤੋਂ ਇਲਾਵਾ ਹੋਰ ਵੀ ਸੰਖਿਆਵਾਂ ਹੋਣ, ਹੋਰ ਵੀ ਸੰਖਿਆਵਾਂ ਦੇ ਨਾਲ ਵੰਡਿਆ ਜਾਂਦਾ ਹੋਵੇ। ਜਿਵੇਂ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਇੱਕ ਵਾਰ ਮਾੜਾ ਜਿਹਾ 12 ਦੇ ਆਪਾਂ ਗੁਣਨਖੰਡ ਦੇਖੀਏ। 1 ਬਣਦਾ, 2 ਬਣਦਾ, 3 ਬਣਦਾ, 4 ਬਣਦਾ, 6 ਮਤਲਬ ਫਿਰ 12 ਆਪ। ਮਤਲਬ ਇਹ ਇਹਦੇ ਗੁਣਨਖੰਡ ਹੈ, ਮਤਲਬ ਇਹਨਾਂ ਦੇ ਪਹਾੜੇ 'ਤੇ ਜਾਂਦਾ। ਮਤਲਬ ਉਹ 12 ਦਾ ਮਤਲਬ 1 ਤੋਂ ਜ਼ਿਆਦਾ ਆਪਾਂ ਬੋਲੀਏ 1 ਅਤੇ 12 ਤੋਂ ਇਲਾਵਾ ਤਾਂ ਇਹ ਬਹੁਤ ਸਾਰੀ ਸੰਖਿਆਵਾਂ 'ਤੇ ਜਾਂਦਾ ਅਤੇ ਉਹ ਨੰਬਰ ਕੀ ਬਣ ਜਾਂਦਾ? ਭਾਜ। ਹੁਣ ਇਹਨੂੰ ਆਪਾਂ ਹੱਲ ਕਰਨਾ, ਬੜਾ ਆਸਾਨ ਤਰੀਕਾ ਜਿਹਾ, ਬੜਾ ਸਿੰਪਲ ਤਰੀਕਾ। ਜਮ੍ਹਾਂ 13। ਹੁਣ ਆਪਾਂ ਇਹਦੇ 'ਚ ਇਹਨੂੰ ਆਪਾਂ ਥੋੜ੍ਹਾ ਜਿਹਾ ਆਸਾਨ ਬਣਾਵਾਂਗੇ। ਮਤਲਬ ਆਪਾਂ ਇਹ ਦੇਖਾਂਗੇ ਇਹਦੇ ਵਿੱਚੋਂ ਪਹਿਲਾਂ ਕਿ ਆਪਾਂ ਦੇਖਿਆ ਦੋਨੋਂ ਰਕਮਾਂ ਸਾਂਝੀਆਂ, ਪਰ ਆਪਾਂ ਉਰੇ ਦੇਖੀਏ ਕਿ ਇੱਕ ਰਕਮ ਬਣਦੀ ਹੈ ਪੂਰੀ ਗੁਣਾ ਕਰਕੇ ਅਤੇ ਉਹਨੇ ਉਹਦੇ ਵਿੱਚ ਨਾਲ 13 ਜੋੜਿਆ ਹੋਇਆ। ਮਤਲਬ ਉਰੇ 1 ਆ ਗਿਆ, ਉਰੇ 13 ਉਹਨੇ ਜੋੜਤਾ, ਪਰ 13 ਦੋਨਾਂ ਵਿੱਚ ਸਾਂਝਾ ਆ ਰਿਹਾ। ਅਤੇ ਆਪਾਂ ਕੀ ਕੀਤਾ? 13 ਨੂੰ ਆਪਾਂ ਬਾਹਰ ਕੱਢ ਲਿਆ ਤਾਂ ਅੰਦਰ ਕੀ ਬਚ ਗਿਆ ਆਪਣੇ ਕੋਲੇ? 7 ਗੁਣਾ 11। ਜਦੋਂ ਆਪਾਂ ਕੋਈ ਨੰਬਰ ਸਾਂਝਾ ਲੈਂਦੇ ਹਾਂ ਉਹਦੀ ਥਾਂ 'ਤੇ ਕੀ ਆ ਜਾਂਦਾ ਆਪਣੇ ਕੋਲੇ? 1 ਜਮ੍ਹਾਂ ਫਿਰ 1 ਆ ਗਿਆ ਆਪਣੇ ਕੋਲੇ। ਇਹ ਬੜਾ ਕਨਫਿਊਜ਼ਨ ਹੈ। ਬੱਚੇ ਕੀ ਕਰਦੇ ਆ 1 ਭੁੱਲ ਜਾਂਦੇ ਆ ਲਿਖਣਾ। ਬੱਚੇ ਸੋਚਦੇ ਸਾਂਝਾ ਲੈ ਲਿਆ ਤਾਂ ਉਹਨੂੰ ਲਿਖਣਾ ਹੀ ਨਹੀਂ ਹੈ, ਪਰ ਸਾਂਝਾ ਲੈ ਲਿਆ, ਪਰ ਹੁਣ ਸਾਂਝੇ ਦਾ ਮਤਲਬ ਭਾਗ ਕੀਤਾ। 13 ਨੂੰ ਆਪਾਂ ਜੇ 13 ਦਾ ਭਾਗ ਕਰਾਂਗੇ ਆਪਣੇ ਕੋਲੇ 1 ਆਏਗਾ, ਉਹਨੂੰ ਲਿਖਣਾ ਉੱਥੇ ਆਪਾਂ, ਤਾਂ ਆਪਾਂ ਉਰੇ ਲਿਖਤਾ। ਅਤੇ ਹੁਣ ਆਪਾਂ ਕੀ ਕੀਤਾ? 13 ਇਹਨੂੰ ਆਪਾਂ ਅੰਦਰ ਗੁਣਾ ਕਰਤਾ, 77 ਗੁਣਾ 1 ਜਮ੍ਹਾਂ 1। ਇਹ ਪਹਿਲਾਂ ਮੈਂ ਦੱਸਿਆ ਸੀ ਤੁਹਾਨੂੰ ਪੂਰਾ ਭਾਗ ਹੈ, ਇਹ ਇੱਕ ਟਰਮ ਬਣਦੀ ਪਈ ਹੈ ਪੂਰੀ। ਫਿਰ 13 ਫਿਰ 77 ਨੂੰ 1 ਨਾਲ ਕਰਿਆ, 77 ਜਮ੍ਹਾਂ 1। ਫਿਰ ਆਪਣੇ ਕੋਲੇ 13, ਇਹ ਆਪਣੇ ਕੋਲੇ ਆ ਗਿਆ 78। ਹੁਣ ਜਰਾ ਥੋੜ੍ਹਾ ਜਿਹਾ ਸਮਝਣਾ ਇੱਥੋਂ ਦੀ 78 ਤਾਂ ਮਤਲਬ 13 ਗੁਣਾ 78। ਮਤਲਬ ਜੇ ਆਪਾਂ ਇਸ ਰਕਮ ਨੂੰ ਪੂਰੇ ਨੂੰ ਪਹਿਲਾਂ ਆਪਾਂ 7 ਨੂੰ 11 ਨਾਲ ਗੁਣਾ ਕਰੀਏ, ਫਿਰ ਆਪਾਂ ਉਹਨੂੰ 13 ਨਾਲ ਗੁਣਾ ਕਰੀਏ, ਫਿਰ ਉਹਦੇ ਵਿੱਚ ਆਪਾਂ 13 ਜੋੜੀਏ, ਜਿਹੜੀ ਸੰਖਿਆ ਬਣੂਗੀ। ਮੈਂ ਤੁਹਾਨੂੰ ਗੱਲ ਕੀ ਕਹਿ ਰਿਹਾ, 7 ਗੁਣਾ 11 ਗੁਣਾ 13 ਜਮ੍ਹਾਂ 13। ਮਤਲਬ 7 ਨੂੰ ਪਹਿਲਾਂ 11 ਨਾਲ, 11 ਨੂੰ 13 ਨਾਲ, ਫਿਰ ਉਹ 'ਚ ਆਪਾਂ 13 ਜੋੜ ਦਈਏ, ਜਿਹੜੀ ਸੰਖਿਆ ਬਣੀ। ਜੇ ਆਪਾਂ ਉਹਦੇ ਅਭਾਜ ਗੁਣਨਖੰਡ ਲੱਭੀਏ, ਮਤਲਬ ਆਪਾਂ ਉਹਦੀ ਪ੍ਰਾਈਮ ਫੈਕਟਰਾਈਜੇਸ਼ਨ ਕਰੀਏ, ਆਪਾਂ ਉਹਦੇ ਗੁਣਨਖੰਡ ਬਣਾਈਏ, ਤਾਂ ਆਪਾਂ ਕੀ ਦੇਖਾਂਗੇ? ਉਹਨੇ 'ਚ ਗੁਣਨਖੰਡ 'ਚ ਜਿਵੇਂ ਪਹਿਲਾ ਨੰਬਰ ਮੰਨ ਲਓ ਉਹ 13 ਦੀ ਭਾਗ ਹੋ ਗਿਆ, ਉਹ ਸਿੱਧਾ ਹੀ 13 'ਤੇ ਭਾਗ ਹੋ ਗਿਆ। ਮੰਨ ਲਓ ਪਹਿਲੀ ਸੰਖਿਆ 13 ਆਉਂਦੀ ਹੈ, 13 ਦੇ ਨਾਲ ਵੰਡਿਆ ਗਿਆ। ਮਤਲਬ ਕੋਈ ਵੀ ਸੰਖਿਆ ਉਰੇ ਹੈਗੀ ਹੈ, ਉਰੇ ਆਪਾਂ 13 ਲਿਖਿਆ, ਉਰੇ ਆ ਗਿਆ 78। ਮਤਲਬ ਮੈਂ ਉਰੇ ਇਹ ਦੱਸ ਰਿਹਾ ਕਿ ਕੋਈ ਵੀ ਉਰੇ ਨੰਬਰ ਆਊਗਾ, ਮਤਲਬ ਇਹਨੂੰ ਗੁਣਾ ਕਰਕੇ ਅਤੇ ਉਹ ਉਰੇ ਲਿਖਿਆ ਜਾਊਗਾ, ਉਹਨੂੰ 13 ਨਾਲ ਭਾਗ ਕਰਿਆ, 78 ਆ ਗਿਆ। ਫਿਰ ਆਪਾਂ ਹੁਣ ਅੱਗੇ ਦੇਖਿਆ 78 ਦੇ ਗੁਣਨਖੰਡ, 78 ਦੇ ਗੁਣਨਖੰਡ 13 ਚ 1 78। ਫਿਰ ਆਪਾਂ ਅੱਗੇ ਦੇਖ ਲਈਏ ਜੇ 3 ਗੁਣਾ 2, ਤਾਂ ਇਹਦਾ ਮਤਲਬ ਕੀ ਹੋਇਆ? ਜਿਹੜੀ ਇਹ ਸੰਖਿਆ ਸੀ ਇਹ ਆਪਣੇ ਅਤੇ ਇੱਕ 'ਤੇ ਤਾਂ ਨਹੀਂ ਜਾ ਰਹੀ, ਮਤਲਬ ਆਪਣੇ ਆਪ 'ਤੇ ਅਤੇ ਇੱਕ 'ਤੇ ਤਾਂ ਨਹੀਂ ਜਾ ਰਹੀ, ਉਸ ਤੋਂ ਇਲਾਵਾ ਵੀ ਕਿਸੇ ਹੋਰ 'ਤੇ ਵੰਡੀ ਜਾ ਰਹੀ ਹੈ। ਉਹ ਕਿਸ ਚੀਜ਼ 'ਤੇ ਵੰਡੀ ਜਾ ਰਹੀ ਹੈ? 13 'ਤੇ ਵੰਡੀ ਜਾਂਦੀ ਹੈ, 78 'ਤੇ ਵੰਡੀ ਜਾਂਦੀ ਹੈ। ਫਿਰ ਆਪਾਂ ਦੇਖੀਏ ਜੇ 13 'ਤੇ ਵੰਡੀ ਜਾਂਦੀ ਹੈ, ਉਹ 6 'ਤੇ ਵੰਡੀ ਜਾਂਦੀ ਹੈ। ਫਿਰ ਆਪਾਂ ਦੇਖੀਏ ਉਹ 13  'ਤੇ ਵੀ ਵੰਡੀ ਜਾਂਦੀ ਹੈ, ਫਿਰ ਉਹ 3 'ਤੇ ਵੀ ਵੰਡੀ ਜਾਂਦੀ ਹੈ, ਉਹ ਫਿਰ 2 'ਤੇ ਵੀ ਵੰਡੀ ਜਾਂਦੀ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ? ਉਸ ਦੇ 2 ਤੋਂ ਜ਼ਿਆਦਾ ਗੁਣਨਖੰਡ ਹੋ ਗਏ। ਕਿਹੜੇ ਕਿਹੜੇ ਗੁਣਨਖੰਡ ਹੋ ਗਏ? 13 3 2। ਮਤਲਬ ਇੱਦਾਂ ਇੱਕੋ ਆਪ ਬਣ ਜਾਏਗਾ, ਇੱਕੋ ਫਿਰ ਅੱਗੇ ਉਹ ਆਪਣੀ ਇੱਕ ਦੇ ਵੰਡੇ ਜਿੱਥੇ ਉਹ ਵੰਡਿਆ ਜਾਏਗਾ ਉਹ ਪੂਰਾ ਬਣੇ। ਤਾਂ ਇਹਦਾ ਮਤਲਬ ਕੀ ਹੋ ਗਿਆ? ਇਹ ਭਾਜ ਸੰਖਿਆ ਹੈ। ਇਸ ਦੇ ਨਾਲ ਦਾ ਜਿਹੜਾ ਦੂਜਾ ਭਾਗ ਹੈ ਇਹ ਤੁਸੀਂ ਆਪ ਟਰਾਈ ਕਰਨਾ, ਨਹੀਂ ਤਾਂ ਤੁਸੀਂ ਮੇਰੇ ਆਪਣੇ ਚੈਨਲ 'ਤੇ ਤੁਸੀਂ ਉਹਦੇ ਕਮੈਂਟ ਬਾਕਸ 'ਚ ਲਿਖ ਦੇਣਾ ਅਤੇ ਮੈਂ ਦੁਬਾਰਾ ਸਮਝਾ ਦਾਂਗਾ, ਦੱਸ ਦਾਂਗਾ ਜਿਹਨੂੰ ਕੋਈ ਨਾ ਪਤਾ ਲੱਗਿਆ। ਪਰ ਉਮੀਦ ਕਰਦਾ ਤੁਸੀਂ ਵੀ ਆਰਾਮ ਨਾਲ ਇਹਨੂੰ ਵੀ ਕਰ ਸਕਦੇ ਹੋ, ਸੋਚ ਕੇ ਦੇਖ ਕੇ ਕਿ ਹਾਂ ਵੀ ਇਹਦੇ 'ਚੋਂ ਵੀ ਕੋਈ ਰਕਮ ਕਿਆ ਸਾਂਝੀ ਆ ਰਹੀ ਹੈ, ਉੱਦਾਂ ਹੀ ਸਾਂਝੀ ਲੈ ਕੇ ਉਹਨੂੰ ਦੇਖੋ, ਟਰਾਈ ਕਰੋ ਅਤੇ ਉਹਨੂੰ ਹੱਲ ਕਰੋ। ਅਗਲਾ ਸਵਾਲ ਜਿਹੜਾ ਮੈਂ ਕਰਨ ਜਾ ਰਿਹਾ ਇਹ ਵੀ ਪੇਪਰ ਦੇ ਵਿੱਚ ਆ ਸਕਦਾ।
ਅਗਲੇ ਸਵਾਲ ਦੇ ਵਿੱਚ ਹੈਗਾ ਆਪਣਾ ਸਵਾਲ, ਪੰਜਵਾਂ ਸਵਾਲ। ਇਹਦੀ ਸਟੇਟਮੈਂਟ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ, ਸਮਝਣੀ ਪੜ੍ਹਨੀ। ਕਹਿੰਦਾ ਕੀ ਹੈ, ਜਾਂਚ ਕਰੋ ਕਿ ਕਿਸੇ ਪ੍ਰਾਕਿਰਤਿਕ, मतलब बड़े ध्यान नाल ये स्टेटमेंट समझनी पैनी है, संख्या n दे लई संख्या 6 की घात n अंक सिफर मतलब 0 ते समाप्त हो सकती है। ये क्वेश्चन मार्क है। मतलब वो कहता इस सवाल दे विच कि जांच करो, की जांच करनी है कि किसी प्रकृतिक मतलब नैचुरल नंबर संख्या n दे लई, संख्या 6 की घात n मतलब 6⁻n अंक सिफर ते समाप्त हो सकती है। मतलब पहला तो ये समझना कि इनू बोल की रहा है, 6 की घात n, n की है उरे, n नू की दर्शा रहा, वो प्रकृतिक है। मतलब कोई भी प्रकृतिक संख्या ले ली उन्हें, सब तो छोटी प्रकृतिक संख्या आपको पता कितनी होंगी है, 1। मतलब जो कि प्रकृतिक संख्यावां अपनियां 1 तो शुरू होंदियां। आपां की लिखिया उरे 6 की घात 1 लिखी तो अपने को 6 आ गया। मैं 6 की घात 2 लिखी तो इनू 36 बन गया। 6 की घात 3 लिखी 216 बन गया। 6 की घात 4 लिखी, मतलब 6 की घात 4 लिखांगे तो मतलब 6 नाल फिर गुणा कर लांगे, 1296 आ गया अपने को। इदां ही आप चलते रहे, 6 की घात n ते भी आप चलांगे तो उरे आप देखिया कि है, उरे भी 6 आ रहा है, उरे भी 6, उरे भी 6, उरे भी 6। हुण जे मैं दोबारा इनू 6 नाल गुणा करांगा फिर वो 36 ते 6 ते इत्थे आ जाएगा। जे मैं उरे 6 की घात 6 लिखांगा फिर उरे भी 6 आ जाएगा। जे मैं 6 की घात 7 लिखांगा तो उरे भी 7वें जिहड़ा लास्ट वाला नंबर है तो भी 6 आ जाएगा। तो इसका मतलब है कि यह संख्या दे किते भी अंक विच 0 नहीं आ रहा। ये तो आपको पता लग गया, ये तो आप देख लिया बई, आप देख लिया भी आप इनू कितनी मर्जी लिखी जाइए तो 6 की घात दे विच 0 नहीं आएगा। पर मान लो आप किन्ने तक चेक कर सकते हैं, आप 1 तक चेक कर लिया, 2 तक, 7, 10 तक चेक कर लिया, 11 तक, पर यह लॉजिक नहीं होया। आप इनू लॉजिकली सॉल्व करना है मैथ की भाषा में। आप की देखना है उरे आपू पता है भी, आपू ये पता है कि जेकर कोई संख्या, मेरा ध्यान ना देखना, जेकर कोई संख्या सिफर ते समाप्त होंदी है तो उसके गुणनखंड, मतलब जे किसी संख्या के सिफर आएगा, मान लो उरे 100 है या 500 है, तो आप की बोलांगे जे कोई संख्या मतलब सिफर ते समाप्त होंदी है तो आप की बोलांगे, तो उसके गुणनखंड दे विच 5 जरूर आएगा। किते ना किते 5 ते जरूर वंडी जाएगी, जो कि यह रूल है कि कोई भी संख्या अगर सिफर ते एंड होंदी है तो 0 ਜਾਂ 5 ते ਜਾਂ 10 ते वंडी जाती है, ਜਾਂ फिर वो 2 ते भी वंडी जाती है। ये नहीं मैं कहता कि 2 ते नहीं वंडी जाती, 2 ते 1 दे रूल च, पर ज़्यादातर वो किस ते वंडी जाती है, 5 ते जरूर वंडी जाती है। पर हुण ਇਹਦਾ मतलब कि ਉਹਦੇ गुणनखंड ਦੇ ਵਿੱਚ 5 आना जरूरी है। तो आप 6 की घात n ਦੇ ਆਪਾਂ गुणनखंड देखिए तो अपने को बनते हैं 2 की घात 2 गुणा 3 की घात n। तो आप उरे की देखिया कि साढ़े कोले जिहड़े 6 के गुणनखंड सी उन्हां विच 2 आ रहा, 3 आ रहा।
ਮੈਂ ਕਹਿ ਰਿਹਾ 2 ਤੇ ਵੰਡੀ ਜਾਏਗੀ, ਮੈਂ ਕਹਿੰਦਾ 2 ਤੇ, ਪਰ ਉਹ 5 ਤੇ ਮਤਲਬ 5 ਤੇ ਜ਼ਰੂਰ ਜਾਵੇਗੀ। ਮਤਲਬ ਇਹ ਇੱਕ ਰੂਲ ਹੈ ਕਿ 5 ਉਰੇ ਅਪਾਜ ਗੁਣਨਖੰਡਾਂ ਵਿੱਚ ਆਉਣਾ ਜ਼ਰੂਰੀ ਹੈ। 5 ਨਹੀਂ ਤਾਂ ਪਹਿਲਾਂ 10, ਆਪਾਂ 10 ਦੀ ਗੱਲ ਕਰ ਲਈਏ। 10 ਦੇ ਵਿੱਚੋਂ 2 ਅਤੇ 5 ਉਹ ਦੋਨਾਂ 'ਤੇ ਵੰਡੀ ਜਾਣੀ ਚਾਹੀਦੀ ਹੈ, ਤਾਂ ਜਾਣਾ ਆਪਣੇ ਕੋਲੇ ਬਣਨਾ ਚਾਹੀਦਾ। ਤਾਂ 2 ਆ ਗਿਆ, ਅਗਲੇ 3 ਆ ਗਿਆ। ਅਤੇ ਆਪਾਂ ਹੁਣ ਇੱਥੇ ਕੀ ਦੇਖਿਆ ਕਿ ਇਸ ਦੇ ਅਪਾਜ ਗੁਣਨਖੰਡਨ ਵਿੱਚ ਕੇਵਲ 2 ਅਤੇ 3 ਆਉਂਦੇ ਹਨ। ਇਸ ਦੇ ਅਪਾਜ ਗੁਣਨਖੰਡਾਂ ਵਿੱਚ ਸਿਰਫ 2 ਅਤੇ 3 ਆਉਂਦੇ ਆ, ਨਾ ਕਿ 5 ਆਉਂਦੇ ਹਨ, ਨਾ ਕਿ 5 ਆ ਰਿਹਾ ਹੈ। ਤਾਂ ਇਸ ਕਰਕੇ ਸਿੰਪਲ 6 ਦੀ ਘਾਤ n 0 'ਤੇ ਸਮਾਪਤ ਨਹੀਂ ਹੋ ਸਕਦੀ। ਮਤਲਬ ਸਿੰਪਲ ਜਿਹਦੇ ਫੈਕਟਰਸ ਦੇ ਵਿੱਚ 5 ਆਏਗਾ ਉਹ ਸੰਖਿਆ 0 'ਤੇ ਸਮਾਪਤ ਹੋਏਗੀ, ਜਿਹਦੇ 5 ਨਹੀਂ ਆਏਗਾ ਉਹ 0 'ਤੇ ਸਮਾਪਤ ਨਹੀਂ ਹੋ ਸਕਦੀ। ਸਿੰਪਲ ਉਰੇ ਗੁਣਨਖੰਡ ਬਣਾਉਣੇ, ਗੁਣਨਖੰਡ ਦੇਖਣੇ ਆ, ਗੁਣਨਖੰਡ ਦੇ ਵਿੱਚ ਕੀ 5 ਆ ਰਿਹਾ ਤਾਂ ਉਹ 5 0 ਹੋ ਜਾਏਗੀ, ਨਹੀਂ ਤਾਂ ਉਹ ਨਹੀਂ ਹੋਏਗੀ। ਹੁਣ ਆਪਾਂ ਇਹ ਐਕਚੁਅਲੀ ਆਪਾਂ ਇੱਥੇ ਬੋਲਿਆ ਕਿ 100 ਵੀ 500, ਤੁਸੀਂ ਕਹਿੰਦਾ 2 ਤੇ ਤਾਂ ਆਉਂਦਾ, ਪਰ 1 2 ਅਤੇ 1 5 ਦੋਨਾਂ 'ਤੇ ਵੰਡਣਾ ਜ਼ਰੂਰੀ ਹੈ ਉਹਨੂੰ। ਆਪਾਂ ਤਾਂ ਬੋਲਣਾ ਕਿ ਹੁਣ ਕੋਈ ਮੰਨ ਲਓ ਕੋਈ ਇੱਦਾਂ ਦੀ ਸੰਖਿਆ ਹੈਗੀ ਹੈ ਜਿਹੜੀ ਇਕੱਲੀ 5 ਤੇ ਵੰਡੀ ਜਾਵੇਗੀ ਜਾਂ ਇਕੱਲੀ 10 ਤੇ। ਹੁਣ ਉਹਦੇ 0 ਮਤਲਬ ਇਹ ਪਿੱਛੇ ਲੌਜਿਕ ਹੈ ਕਿ ਉਹਦੇ ਪਿੱਛੇ 5 ਤੇ ਆਉਣਾ ਜ਼ਰੂਰੀ ਮੇਨ ਤਾਂ ਇਸ ਕਰਕੇ ਆਪਾਂ ਉਹਨੂੰ ਬੋਲਾਂਗੇ ਕਿ ਉਹਦੇ ਗੁਣਨਖੰਡਾਂ ਵਿੱਚ 5 ਆਉਣਾ ਬਹੁਤ ਜ਼ਰੂਰੀ ਹੈ। ਤਾਂ ਇੱਥੇ 5 ਨਹੀਂ ਆ ਰਿਹਾ ਆਪਣੇ ਕੋਲ, ਤਾਂ ਇਸ ਕਰਕੇ ਆਪਾਂ ਕੀ ਬੋਲਾਂਗੇ। ਚਲੋ ਤੁਸੀਂ ਆਪਾਂ ਬੋਲੋ, ਆਪਾਂ ਸਿੰਪਲ ਦੀ ਗੱਲ ਕਰਦੇ ਆਪਾਂ 10 ਲੈ ਲਿਆ। 10 ਦੇ ਗੁਣਨਖੰਡ 2 ਗੁਣਾ 5, 2 ਆ ਰਿਹਾ 5 ਨਹੀਂ ਆ ਰਿਹਾ, ਤਾਂ ਅੱਗੇ ਉਹ ਵੀ ਆਉਣੇ ਜ਼ਰੂਰੀ ਹੈ, 5 ਵੀ ਆਉਣਾ ਜ਼ਰੂਰੀ ਹੈ। ਤਾਂ ਇਸ ਕਰਕੇ ਉਹ ਸੰਖਿਆ ਉਸ ਦੇ ਗੁਣਨਖੰਡ ਉਹ ਸੰਖਿਆ 0 'ਤੇ ਸਮਾਪਤ ਨਹੀਂ ਹੋਵੇਗੀ। ਤਾਂ ਉਮੀਦ ਕਰਦਾ ਇਹ ਸਾਰੇ ਸਵਾਲ ਤੁਸੀਂ ਬੜੀ ਚੰਗੀ ਤਰ੍ਹਾਂ ਕਰ ਲੈਣੇ ਹੈ। ਇਹਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਕਰੋਗੇ, ਪ੍ਰੈਕਟਿਸ ਕਰੋਗੇ, ਇਹਨਾਂ ਦੇ ਕਰਕੇ ਦੁਬਾਰਾ ਦੇਖ ਲਓਗੇ ਤਾਂ ਤੁਹਾਨੂੰ ਮੈਨੂੰ ਲੱਗਦਾ ਕਿ ਸਾਰਾ ਕੁਝ ਸਮਝ ਆ ਜਾਏਗਾ। ਜਿਹੜਾ ਹੁਣ ਇਹਦੇ 'ਚ ਇੱਕ ਸਵਾਲ ਰਹਿ ਗਿਆ ਉਹਦੇ ਨਾਲ ਦਾ ਇੱਕ ਅੱਧਾ ਸਵਾਲ ਆਪਾਂ ਹੋਰ ਅਗਲੀ ਕਲਾਸ ਵਿੱਚ ਆਪਾਂ ਕਰਾਂਗੇ, ਅਤੇ ਨਾਲ ਅਗਲੀ ਕਲਾਸ ਵਿੱਚ ਆਪਾਂ ਅਗਲੀ ਐਕਸਰਸਾਈਜ਼ ਨੂੰ ਕਰਾਂਗੇ। ਧੰਨਵਾਦ।